ਉਹਦੇ ਨਾਲ ਮੇਰਾ ਰਿਸ਼ਤਾ ਇੱਕ ਪਿਓ ਪੁੱਤ ਦਾ ਸੀ, ਹੈਗਾ ਰਹੇਗਾ। ਕੁਛ ਇਹੋ ਜਿਹੇ ਲੋਕਾਂ ਨਾਲ ਮੈਂ ਜ਼ਰੂਰ ਤੁਰਨਾ ਚਾਹੁੰਦਾ, ਜਿਹੜੇ ਲੋਕਾਂ ਨੂੰ ਮੈਂ ਸੇਧ ਦੇਣਾ ਚਾਹੁੰਦਾ। ਉਹ 'ਚ ਨਵਜੋਤ ਸਿੰਘ ਸਿੱਧੂ ਇੱਕ ਸੀਗਾ। ਬੜਾ ਮੈਂ ਕੋਸ਼ਿਸ਼ ਕੀਤੀ, ਬਹੁਤ ਮੈਨੂੰ ਪਿਆਰ ਕੀਤਾ, ਬਹੁਤ ਉਹਨੂੰ ਦੱਸਿਆ ਕਿਹਾ, ਪਰ ਅਲਟੀਮੇਟਲੀ ਗੱਲ ਨਹੀਂ ਬਣੀ। ਉਹਦੇ ਮਦਰ ਨੇ ਕਿਹਾ ਸੀਗਾ, ਮੇਰੀ ਗੱਲਬਾਤ ਹੋਈ ਉਹਨਾਂ ਨਾਲ ਜਦੋਂ ਮੈਂ ਬੈਠਾ ਸੀ, ਉਹਨਾਂ ਨੂੰ ਕਿਹਾ ਬਾਈ ਜੀ ਜੇ ਕਿ ਤੁਸੀਂ 5 ਕੁ ਦਿਨ ਪਹਿਲਾਂ ਆ ਜਾਂਦੇ ਤੁਹਾਨੂੰ ਬਹੁਤ ਯਾਦ ਕਰਦਾ ਸੀ। ਉਹਦੇ ਫਾਦਰ ਨੇ ਮੈਨੂੰ ਕਿਹਾ ਕਹਿੰਦਾ ਜਿੱਦੀ ਬੜਾ ਹੋ ਗਿਆ ਸੀ, ਗੱਲ ਨਹੀਂ ਸੀ ਮੰਨਦਾ। ਮੇਰੀ ਗੱਲ ਹੋ ਰਹੀ ਸੀ ਤਾਂ ਉਸ ਦਿਨ ਵੀ ਉਹਨੂੰ ਦੱਸ ਰਹੇ ਸੀ, ਕਹਿੰਦੇ ਆ ਗੱਡੀਆਂ ਖੜੀਆਂ ਸੀ। ਮੈਂ ਕਿਹਾ ਵੀ ਇਹ ਬੰਦੇ ਫੋਟੋਆਂ ਖਿਚਾਉਣ ਵਾਲੇ ਨਹੀਂ ਲੱਗਦੇ, ਇਹ ਮੈਨੂੰ ਕੋਈ ਬੰਦੇ ਗੈਰ ਜੇ ਲੱਗਦੇ ਵੀ ਆਪਾਂ ਦੇਖ ਲਈਏ। ਤਾਂ ਕਹਿੰਦੇ ਮੈਨੂੰ ਇੱਕੋ ਹੀ ਗੱਲ ਉਹਨੇ ਕਹੀ, ਤੁਸੀਂ ਤਾਂ ਬਾਪੂ ਜੀ ਡਰਦੇ ਕਿਉਂ, ਫੌਜੀ ਬੰਦੇ ਤੁਸੀਂ ਐਂ ਡਰਦੇ ਹੋ, ਆਪਾਂ ਨੂੰ ਕਿਹਨੇ ਕੁਛ ਕਰਨਾ। ਭਗਵੰਤ ਮਾਨ ਕੱਲ੍ਹ ਆਇਆ, ਅਜੇ ਉਹਨੂੰ 2 ਮਹੀਨੇ ਨਹੀਂ ਹੋਏ ਕੁਰਸੀ ਤੇ ਬੈਠੇ, ਤੁਸੀਂ ਉਹਦੇ ਗਲ ਪੈ ਗਏ। ਫॉर व्हाट? ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਨੇ, ਲੇਕਿਨ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ। ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਵੀ ਅੱਜ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਜਾ ਰਿਹਾ ਹੈ। ਬੇਸ਼ੱਕ ਉਹ ਅੱਜ ਇਸ ਦੁਨੀਆ ਵਿੱਚ ਨਹੀਂ ਹੈ, ਲੇਕਿਨ ਉਹਦੀ ਯਾਦ, ਸਿੱਧੂ ਮੂਸੇਵਾਲੇ ਦੀ ਯਾਦ, ਉਹਦੇ ਗਾਣੇ ਅੱਜ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਉਸ ਤਰੀਕੇ ਦੇ ਨਾਲ ਹੀ ਜ਼ਿੰਦਾ ਹੈ। ਔਰ ਲੋਕਾਂ ਦਾ ਅੱਜ ਜਿਸ ਤਰੀਕੇ ਦੇ ਨਾਲ ਹਰ ਕੋਈ ਜ਼ਰੂਰ ਭਾਵੁਕ ਹੈ, ਕਿਉਂਕਿ ਬਹੁਤ ਕਿਹਾ ਜਾ ਸਕਦਾ ਹੈ ਬੜਾ ਹੀ ਸੈਂਸਿਟਿਵ ਦਿਨ ਵੀ ਆਪਾਂ ਕਹਿ ਸਕਦੇ ਹਾਂ ਇਸ ਨੂੰ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਨਹੀਂ ਰਹੇ ਨੇ, ਕਿਉਂਕਿ ਮਹਿਜ਼ ਕੁਝ ਦਿਨ ਪਹਿਲਾਂ ਹੀ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀਗੀ, ਮਰਡਰ ਕਰ ਦਿੱਤਾ ਗਿਆ ਸੀਗਾ। ਸਾਡੇ ਨਾਲ ਇਸ ਵੇਲੇ ਗੱਲ ਕਰਨ ਦੇ ਲਈ ਬੜੇ ਸੀਨੀਅਰ ਮੌਜੂਦ ਨੇ। ਸਰ, ਅੱਜ ਦਾ ਦਿਨ ਸ਼ਾਇਦ ਸ਼ਬਦ ਤੇ ਨਹੀਂ ਹੈ, ਲੇਕਿਨ ਬਹੁਤ ਯਾਦ ਜ਼ਰੂਰ ਆ ਰਹੀ ਹੈ ਕਿਉਂਕਿ ਨਹੀਂ ਰਹੇ ਨੇ। ਮੇਰੇ ਲਈ ਜਾਇਦਾਦ, ਪੈਸੇ, ਸ਼ੌਹਰਤ, ਦੌਲਤ ਤੋਂ ਜ਼ਿਆਦਾ ਰਿਸ਼ਤਿਆਂ ਦੀ ਅਹਿਮੀਅਤ ਹੈ। ਔਰ ਇੰਨੀ ਅਹਿਮੀਅਤ ਹੈ ਕਿ ਮੈਂ ਉਹਨਾਂ ਨੂੰ ਹਮੇਸ਼ਾ ਰੱਬ ਨਾਲ ਜੋੜ ਕੇ ਰੱਖਦਾ। ਕਿਸੇ ਲਈ ਜਾਇਦਾਦ, ਪੈਸਾ, ਸ਼ੌਹਰਤ ਇਹ ਸਭ ਕੁਝ ਹੋ ਸਕਦਾ ਹੈ, ਪਰ ਮੈਂ ਸਮਝਦਾ ਕਿ ਰੱਬ ਨੇ ਇਨਸਾਨ ਬਣਾਇਆ, ਉਹਦਾ ਘਾਟਾ ਜ਼ਿੰਦਗੀ 'ਚ ਕਦੇ ਪੂਰਾ ਨਹੀਂ ਹੁੰਦਾ। ਇਸ ਕਰਕੇ ਮੈਂ ਆਪਣੇ ਰਿਸ਼ਤਿਆਂ ਨੂੰ ਬੜਾ ਸੰਭਾਲ ਕੇ ਰੱਖਦਾ। ਹੈਗੇ ਥੋੜ੍ਹੇ ਜਿਹੇ, ਲੇਕਿਨ ਉਹ ਲਖਤੇ ਜਿਗਰ ਨੇ ਸਾਰੇ। ਉਹਦੇ 'ਚੋਂ ਇੱਕ ਸਿੱਧੂ ਮੂਸੇਵਾਲਾ ਵੀ ਸੀਗਾ। ਉਹਦੇ ਨਾਲ ਮੇਰਾ ਰਿਸ਼ਤਾ ਇੱਕ ਪਿਓ ਪੁੱਤ ਦਾ ਸੀ, ਹੈਗਾ ਰਹੇਗਾ। ਅਸੀਂ ਇਲੈਕਸ਼ਨਾਂ 'ਚ ਇਕੱਠੇ ਹੋਏ। ਉਸ ਤੋਂ ਪਹਿਲਾਂ ਮੇਰੇ ਬੇਟੇ ਵਿਕਟਰ ਨਾਲ ਉਹਦਾ ਬੜਾ ਪਿਆਰ ਸੀ। ਯੂਵੀ ਨੇ ਇੱਕ ਦੋ ਵਾਰੀ ਮੈਨੂੰ ਸੁਨੇਹਾ ਘੱਲਿਆ ਸੀ ਕਿ ਪਾਪਾ ਤੁਸੀਂ ਥੋੜ੍ਹਾ ਜਿਹਾ ਸਮਝਾਓ, ਥੋੜ੍ਹਾ ਜਿਹਾ ਬਹੁਤ ਤੇਜ਼ ਚੱਲ ਰਿਹਾ ਹੈ। ਉਹਦੇ ਮੈਨੇਜਰ ਨੂੰ ਵੀ ਕਿਹਾ ਸੀ, ਉਹਨੇ ਮੈਨੂੰ ਦੱਸਿਆ। ਪਰ ਆਲ ਸੈਡ ਐਂਡ ਡਨ, ਉਹਦੇ ਰਿਸ਼ਤਿਆਂ 'ਚੋਂ, ਮੇਰੀ ਲੜੀ 'ਚੋਂ ਜਦ ਕੋਈ ਜਾਂਦਾ ਹੈ ਉਹ ਮਾਲਾ 'ਚੋਂ, ਤਾਂ ਮੈਨੂੰ ਇਹ ਲੱਗਦਾ ਮੇਰਾ ਦਿਲ ਦੇ ਵਿੱਚੋਂ ਰੁੱਗ ਭਰਿਆ ਗਿਆ। ਮੈਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਹੈ ਯੰਗ ਜਨਰੇਸ਼ਨ ਜਾਂ ਮੇਰੇ ਦੇਸ਼ ਜਾਂ ਮੇਰੇ ਸ਼ਹਿਰ ਦੇ ਲੋਕ ਤੰਦਰੁਸਤ ਰਹਿਣ, ਚੰਗੇ ਰਸਤੇ 'ਤੇ ਚੱਲਣ। ਮੈਂ ਉਹਨਾਂ ਨੂੰ ਗੁਰੂਆਂ ਪੀਰਾਂ ਦੀਆਂ, ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਇੱਕ ਸਿੱਧੇ ਰਾਹ 'ਤੇ ਸੇਧ ਦੇ ਸਕਾਂ। ਇਹ ਮਿਸ਼ਨ ਮੇਰਾ ਅੱਜ ਵੀ ਹੈ ਔਰ ਰਹੇਗਾ। ਜਵਾਨੀ ਹੈ, ਬੱਚਾ ਪੈਦਾ ਹੁੰਦਾ, ਕੋਰਾ ਕਾਗਜ਼ ਹੁੰਦਾ, ਜੋ ਮਰਜ਼ੀ ਲਿਖੀ ਜਾਓ ਉਹਦੇ 'ਤੇ, ਉਹਨੇ ਉਹੋ ਜਿਹਾ ਬਣ ਜਾਣਾ। ਜਵਾਨ ਮੁੰਡੇ ਨੂੰ ਸੇਧ ਦੇਣੀ ਬਹੁਤ ਜ਼ਰੂਰੀ ਹੈ। ਔਰ ਮੈਂ ਬੜੇ ਦੁੱਖ ਤਕਲੀਫ ਨਾਲ ਮੈਨੂੰ ਜ਼ਿੰਦਗੀ 'ਚ ਗੱਲਾਂ ਕਹਿਣੀਆਂ ਪੈਂਦੀਆਂ ਕਿ ਸਾਡੀ ਜਵਾਨੀ ਨੂੰ ਸਾਡੇ ਵੱਡ ਵਡੇਰਿਆਂ ਨੇ ਰੋਲਿਆ, ਉਹਨਾਂ ਨੂੰ ਇਸਤੇਮਾਲ ਕੀਤਾ ਆਪਣੇ ਗਰਜ਼ ਪਿੱਛੇ, ਔਰ ਉਹਨਾਂ ਦੀ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਆਪਣੇ ਗਰਜ਼ ਪਿੱਛੇ, ਆਪਣੀ ਤਾਕਤ ਪਿੱਛੇ। ਬੜੇ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ। ਔਰ ਕਿੱਥੇ ਜਾ ਕੇ ਠੱਲ ਪਊਗੀ ਇਹ ਤਾਂ ਰੱਬ ਜਾਣਦਾ। ਪਰ ਹਾਂ, ਜਿਨ੍ਹਾਂ ਨੇ ਵੀ ਕੀਤਾ, ਜੋ ਵੀ ਕੀਤਾ ਔਰ ਜੋ ਵੀ ਹੋ ਰਿਹਾ, ਤੁਸੀਂ ਵੀ ਇੱਕ ਮਾਂ ਹੋ ਸਕਦੀ ਹੋ। ਉਸ ਮਾਂ ਨੂੰ ਪਤਾ ਹੈ ਕਿ ਉਹਦਾ ਜਿਹੜਾ ਲਖਤੇ ਜਿਗਰ ਹੈ, ਜਿਹਨੂੰ ਉਹਨੇ 9 ਮਹੀਨੇ ਕੋਖ 'ਚ ਰੱਖਿਆ, ਵੱਡਾ ਕੀਤਾ ਹੈ, ਜਦ ਇਸ ਤਰ੍ਹਾਂ ਜਾਂਦਾ ਹੈ
ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਉਸ ਪਿਤਾ ਨੂੰ ਪਤਾ ਹੈ। ਮੈਂ ਉਸ ਮਾਂ ਬਾਪ ਨੂੰ ਮਿਲਿਆ, ਦੇਖਿਆ, ਉਹਨਾਂ ਨਾਲ ਗੱਲਾਂ ਕੀਤੀਆਂ, ਔਰ ਤਮਾਮ ਉਹ ਲੋਕ ਜਿਹੜੇ ਇਸ ਤਰ੍ਹਾਂ ਜ਼ਿੰਦਗੀ 'ਚ ਗਏ ਨੇ। ਔਰ ਬੜੀ ਦੁੱਖ ਭਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਮੈਨੂੰ 70 ਸਾਲ ਦੀ ਉਮਰ ਹੋ ਗਈ, ਮੈਂ ਇਸ ਪੰਜਾਬ ਨੂੰ ਬੜੇ ਡੁੱਬਦੇ ਦੇਖਿਆ, ਉੱਭਰਦੇ ਦੇਖਿਆ। ਆਪਣੇ ਭਰਾ, ਆਪਣੇ ਵੀਰ, ਆਪਣੇ ਸੱਜਣ ਆਪਣਿਆਂ ਨੂੰ ਮਾਰਦੇ ਨੇ। ਪੰਜਾਬ ਦੇ ਲੋਕ ਇੱਕ ਦੂਜੇ ਨਾਲ ਈਰਖਾ, ਦੁਸ਼ਮਣੀ, ਕਿਸੇ ਦੀ ਸਕਸੈਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਹ ਸਾਡੇ ਖੂਨ 'ਚ ਹੈ। ਮੈਂ ਬੜੇ ਸਾਲਾਂ ਤੋਂ ਦੇਖਦੇ ਰਹਿ ਰਿਹਾ, ਜੇ ਕਿਸੇ ਦੀ ਸ਼ੋਹਰਤ ਹੈ ਤਾਂ ਕਿਸੇ ਤੋਂ ਬਰਦਾਸ਼ਤ ਨਹੀਂ ਹੁੰਦੀ, ਸਾਡੇ ਆਪਣਿਆਂ ਤੋਂ ਬਰਦਾਸ਼ਤ ਨਹੀਂ ਹੁੰਦੀ, ਸਾਡੇ ਪਿੰਡ ਦੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੀ, ਸਾਡੇ ਰਿਸ਼ਤੇਦਾਰਾਂ ਤੋਂ ਬਰਦਾਸ਼ਤ ਨਹੀਂ ਹੁੰਦੀ, ਸਾਡੇ ਦੋਸਤਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਜੇ ਕੋਈ ਜ਼ਮੀਨ ਤੋਂ ਰੂੜੀ ਤੋਂ ਉੱਠਿਆ ਹੈ, ਉਹਨੇ ਆਪਣੇ ਮਹਿਲ ਪਾਏ ਨੇ, ਆਪਣਾ ਨਾਮ ਕਮਾਇਆ ਹੈ, ਦੁਨੀਆ 'ਚ ਉਹਦੀ ਜੈ ਜੈਕਾਰ ਹੈ, ਉਹਨੇ ਪੈਸਾ ਕਮਾਇਆ, ਉਹਨੇ ਕੋਠੀਆਂ ਪਾਈਆਂ, ਹਵੇਲੀਆਂ ਪਾਈਆਂ, ਉਹਨੇ ਆਪਣੀ ਮਿਹਨਤ ਤੇ ਖੂਨ ਪਸੀਨੇ ਦੇ ਨਾਲ ਕਮਾਈ ਕੀਤੀ ਹੈ ਤੇ ਪਾਇਆ। ਮੈਨੂੰ DAV ਕਾਲਜ ਦੇ ਵਿੱਚ 45 ਸਾਲ ਹੋ ਗਏ ਤਕਰੀਬਨ ਕੋਚਿੰਗ ਕਰਦੇ, ਤਰਲੋਕੀ ਨਾਚਦੀ ਦੇ ਟਾਈਮ ਦੇ ਮੈਂ ਉਦੋਂ ਸਾ ਇੱਥੇ ਹਾਂ। ਮੇਰੇ ਨਾਲ ਤਮਾਮ ਜਵਾਨ ਲੋਕ ਆ ਕੇ ਬੈਠਦੇ ਨੇ ਅੱਜ ਵੀ, ਮੈਂ ਉਹਨਾਂ ਨਾਲ ਗੱਲਾਂ ਕਰਦਾ, ਗੁਰੂਆਂ ਪੀਰਾਂ ਦੀਆਂ ਗੱਲਾਂ ਸੁਣਨਾ। ਉਹਨੂੰ ਜ਼ਿੰਦਗੀ 'ਚ ਹਮੇਸ਼ਾ ਇਹ ਗੱਲ ਕਹਿਣਾ ਕਿ ਦੁੱਖ ਤਕਲੀਫ ਹੋ ਸਕਦਾ, ਗਰੀਬੀ ਆ ਸਕਦੀ ਹੈ, ਪਰ ਜੇ ਆਪਾਂ ਸਿੱਧੇ ਰਸਤੇ 'ਤੇ ਚੱਲਾਂਗੇ, ਇਸ ਮਾਰਗ 'ਤੇ ਚੱਲਾਂਗੇ, ਖੁਦਾ ਦੇ ਮਾਰਗ 'ਤੇ ਚੱਲਾਂਗੇ, ਤਾਂ ਜੀਵਨ ਦੇ ਵਿੱਚ ਇੱਕ ਦੂਜੇ ਨਾਲ ਪਿਆਰ, ਇੱਕ ਦੂਜੇ ਦਾ ਸਾਥ, ਚੰਗੀ ਕਿਰਤ ਦੀ ਕਮਾਈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਿਰਤ ਦੀ ਕਮਾਈ ਕਰ, ਦਸੌਂਦ ਕੱਢ ਵੰਡ ਕੇ ਖਾ। ਇਸ ਤਰ੍ਹਾਂ ਦਾ ਸੁਨੇਹਾ ਮੈਂ ਦਿੰਦਾ ਰਹਿੰਦਾ। ਔਰ ਬੱਚਿਆਂ ਨੂੰ ਜਿੰਨਾ ਤੁਸੀਂ ਇਹ ਚੀਜ਼ ਸਿਖਾਓਗੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਪੋਲੀਟੀਕਲ ਲੀਡਰਸ ਜਿਹੜੇ ਸਾਡੇ ਸਿਆਸਤਦਾਨ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਸਾਰਾ ਕੁਝ ਪਤਾ ਹੈ, ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਇਸ ਦੇਸ਼ ਦੇ ਰਹਿਨੁਮਾ ਹੋ, ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਸਾਰੇ ਆਪਣੇ ਹੀ ਨੇ। ਤੂੰ ਮੇਰੀ ਧੀ ਹੈ, ਕੀ ਹੋਇਆ ਜਦੋਂ ਮੈਂ ਤੂੰ ਨਹੀਂ ਜੰਮੀ ਤਾਂ ਢਿੱਡ 'ਚੋਂ, ਇਹ ਮੇਰਾ ਪੁੱਤ ਹੈ। ਮੈਂ ਇਸ ਤਰ੍ਹਾਂ ਸਮਝਦਾ, ਮੈਂ ਹਰੇਕ 'ਚ ਰੱਬ ਦੇਖਦਾ। ਮੈਂ ਇਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਸਿੱਧੇ ਰਾਹ 'ਤੇ ਕਿਉਂ ਨਹੀਂ ਤੋਰਦੇ? ਤੁਸੀਂ ਇਹਨਾਂ ਨੂੰ ਆਪਣੇ ਗਰਜ਼ ਵਾਸਤੇ ਕਿਉਂ ਇਸਤੇਮਾਲ ਕਰਦੇ ਹੋ? ਤੁਸੀਂ ਵੀ ਕਿਸੇ ਦੀ ਮਾਂ ਦੀ ਪੇਟ 'ਚ ਜੰਮੇ ਹੋ, ਤੁਸੀਂ ਵੀ ਕਿਸੇ ਦੇ ਪੁੱਤ ਹੋ, ਭਰਾ ਹੋ, ਸੱਜਣ ਹੋ, ਮੀਤ ਹੋ। ਇਹ ਚਲਦੇ ਅੱਜ ਜਦ ਤੁਸੀਂ ਮੂਸੇਵਾਲੇ ਦੀ ਗੱਲ ਕੀਤੀ ਹੈ, ਕੋਈ ਇਹ ਨਹੀਂ ਕਿ ਐਡਾ ਜਵਾਨ, ਮੈਂ ਉਹਨੂੰ ਪਿਆਰ ਨਾਲ ਝੋਟਾ ਕਹਿੰਦਾ ਹੁੰਦਾ ਸੀ। ਜਦ ਵੀ ਅਸੀਂ ਇਕੱਠੇ ਸੀਗੇ ਪਿੱਛੇ ਇਲੈਕਸ਼ਨਾਂ ਦੇ ਵਿੱਚ, ਪਹਿਲੀ ਗੱਲ ਤਾਂ ਮੈਂ ਉਹਨੂੰ ਕਿਹਾ ਸੀ, ਯਾਰ ਅਬ ਤੇਰੇ ਮੇਰੇ ਬੰਦੇ ਨੂੰ ਇਲੈਕਸ਼ਨ ਲੜਨੀ ਨਹੀਂ ਚਾਹੀਦੀ, ਮੈਂ ਤਾਂ ਇਲੈਕਸ਼ਨ ਨਹੀਂ ਲੜਨੀ। ਪਰ ਹਾਂ, ਕੁਛ ਇਹੋ ਜਿਹੇ ਲੋਕਾਂ ਨਾਲ ਮੈਂ ਜ਼ਰੂਰ ਤੁਰਨਾ ਚਾਹੁੰਦਾ, ਜਿਹੜੇ ਲੋਕਾਂ ਨੂੰ ਮੈਂ ਸੇਧ ਦੇਣਾ ਚਾਹੁੰਦਾ। ਉਹ 'ਚ ਨਵਜੋਤ ਸਿੰਘ ਸਿੱਧੂ ਇੱਕ ਸੀਗਾ। ਬੜਾ ਮੈਂ ਕੋਸ਼ਿਸ਼ ਕੀਤੀ, ਬਹੁਤ ਮੈਨੂੰ ਪਿਆਰ ਕੀਤਾ, ਬਹੁਤ ਉਹਨੂੰ ਦੱਸਿਆ, ਕਿਹਾ, ਪਰ ਅਲਟੀਮੇਟਲੀ ਗੱਲ ਨਹੀਂ ਬਣੀ। ਚੰਨੀ ਮੈਨੂੰ ਮਿਲਿਆ, ਚੰਨੀ ਮੇਰਾ ਸਟੂਡੈਂਟ ਰਿਹਾ ਹੈ। ਚੰਨੀ ਨਾਲ ਮੈਂ ਚੱਲਿਆ, ਉਹਨੂੰ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਐਸਾ ਮੁਕਾਮ ਲੈ ਕੇ ਆਈਏ ਜਿੱਥੇ ਲੋਕ ਕਹਿਣ ਕਿ ਪੋਲੀਟੀਕਲ ਲੀਡਰਸ ਬੜੇ ਚੰਗੇ ਹੈ, ਬੜੇ ਸਾਫ਼ ਹੈ, ਬੜੇ ਸੁਥਰੇ ਹੈ। ਮੈਂ ਕੋਸ਼ਿਸ਼ ਕਰ ਰਿਹਾ ਸੀ। ਹੋਰ ਬਹੁਤ ਸਾਰੇ ਮਿਨਿਸਟਰਸ, ਬਹੁਤ ਸਾਰੇ MLAs, ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਹੈਗੇ ਆ ਪੋਲੀਟੀਕਲ ਸਿਸਟਮ ਦੇ ਵਿੱਚ, ਮੇਰੀ ਉਹਨਾਂ ਨਾਲ ਵੀ ਇਹੀ ਗੱਲ ਹੁੰਦੀ, ਉਹਨਾਂ ਦੇ ਬੱਚਿਆਂ ਨਾਲ ਵੀ ਇਹੀ ਗੱਲ ਹੁੰਦੀ ਹੈ ਵੀ ਆਪਾਂ ਇਹ ਨਹੀਂ ਸਮਝਣਾ ਵੀ ਆਪਣਾ ਫਾਦਰ ਜੀ ਮਿਨਿਸਟਰ ਹੈ ਜਾਂ ਚੀਫ ਮਿਨਿਸਟਰ ਹੈ ਜਾਂ ਜੋ ਵੀ ਹੈ, ਆਪਾਂ ਆਪਦੀ ਕਿਰਤ ਦੀ ਕਮਾਈ ਖਾਣੀ ਹੈ, ਆਪਦੀ ਜ਼ਿੰਦਗੀ ਬਤਾਉਣੀ ਹੈ। ਮੈਂ ਇਹ ਗੱਲਾਂ ਕਰਦਾ ਤੇ ਦੁੱਖ ਮੈਨੂੰ ਜ਼ਰੂਰ ਹੁੰਦਾ ਹੈ, ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਉਹ ਮੇਰੇ ਬੱਚੇ ਹੈ, ਮੇਰਾ ਬੱਚਾ ਚਲਾ ਗਿਆ, ਮੇਰਾ ਆਪਦਾ ਜਿਗਰ ਚਲਾ ਗਿਆ। ਉਹ ਬੇਸ਼ੱਕ ਮੂਸੇ ਵਾਲਾ ਹੈ ਜਾਂ ਕੋਈ ਹੋਰ ਹੈ, ਜਾਂ ਕੋਈ ਵੀ ਇਸ ਤਰੀਕੇ ਨਾਲ ਜਾਂਦਾ। ਕੋਈ ਆਪਣੇ ਦੇਸ਼ ਵਾਸਤੇ ਸ਼ਹੀਦ ਹੁੰਦਾ, ਕੋਈ ਆਪਣੀ ਕੌਮ ਵਾਸਤੇ ਸ਼ਹੀਦ ਹੁੰਦਾ ਹੈ, ਕੁਛ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਪਿੱਛੇ ਸ਼ਹੀਦ ਹੁੰਦਾ ਹੈ, ਆਪਣੇ ਘਰ ਨੂੰ ਬਚਾਉਣ ਵਾਸਤੇ ਸ਼ਹੀਦ ਹੁੰਦਾ ਹੈ, ਔਰ ਲੋਕਾਂ ਵਾਸਤੇ ਸ਼ਹੀਦ ਹੁੰਦਾ, ਲੋਕਾਂ ਦੀ ਖੁਸ਼ੀਆਂ ਵਾਸਤੇ ਸ਼ਹੀਦ ਹੁੰਦਾ, ਇਨਸਾਨੀਅਤ ਵਾਸਤੇ ਸ਼ਹੀਦ ਹੁੰਦਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੀਗੇ, ਜਿਵੇਂ ਸਾਡੇ 10 ਗੁਰੂ ਸੀ। ਮੈਂ ਉਹ ਚੀਜ਼ ਨੂੰ ਜਦ ਦੇਖਦਾ, ਮੈਂ ਛੇਤੀ ਕਰਕੇ ਮੇਰੀ ਅੱਖ ਨਹੀਂ ਭਰਦੀ, ਪਰ ਕਈ ਵਾਰੀ ਉਹ ਅੱਖ ਦੇ ਵਿੱਚ ਇੱਕ ਐਸਾ ਦੁੱਖ ਹੈ ਉਸ ਹੰਝੂ ਦੇ ਵਿੱਚ, ਜਿਹੜਾ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਇਹ ਕਾਇਨਾਤ ਆਪਣੀ, ਆਪਾਂ ਸਾਰੇ ਇਕੱਠੇ ਹਾਂ।
ਆਪਾਂ ਇੱਕ ਦੂਜੇ ਨੂੰ ਪਿਆਰ ਨਾਲ ਇੱਜ਼ਤ ਨਾਲ ਬੁਲਾਈਏ, ਕਰੀਏ ਚਲੀਏ, ਦੂਜੇ ਦੀ ਸ਼ੋਹਰਤ 'ਤੇ ਖੁਸ਼ ਹੋਈਏ, ਦੂਜੇ ਦੀ ਤਰੱਕੀ 'ਤੇ ਖੁਸ਼ ਹੋਈਏ। ਇਹ ਚੀਜ਼ਾਂ ਜਦ ਤੱਕ ਆਪਾਂ ਨਹੀਂ ਕੱਢਾਂਗੇ ਆਪਣਾ ਸਮਾਜ ਖਰਾਬ ਹੁੰਦਾ ਜਾਊਗਾ। ਅੱਜ ਹਿੰਦੁਸਤਾਨ, ਪੰਜਾਬ ਜਿੱਥੇ ਖੜਾ ਹੈ, ਮੇਰੇ ਤੋਂ ਜ਼ਿਆਦਾ ਤੁਸੀਂ ਬੇਟਾ ਜਾਣਦੇ ਹੋ। ਸੋ ਮੈਂ, ਉਹਦੇ ਮਦਰ ਨੇ ਕਿਹਾ ਸੀਗਾ, ਮੇਰੀ ਗੱਲਬਾਤ ਹੋਈ ਉਹਨਾਂ ਨਾਲ ਜਦ ਮੈਂ ਬੈਠਾ ਸੀ, ਉਹਨਾਂ ਨੂੰ ਕਿਹਾ ਬਾਈ ਜੀ ਜੇ ਕਿ ਤੁਸੀਂ 5 ਦਿਨ ਪਹਿਲਾਂ ਆ ਜਾਂਦੇ ਤੁਹਾਨੂੰ ਬਹੁਤ ਯਾਦ ਕਰਦਾ ਸੀ। ਉਹਦੇ ਫਾਦਰ ਨੇ ਮੈਨੂੰ ਕਿਹਾ, ਕਹਿੰਦੇ ਜਿੱਦੀ ਬੜਾ ਹੋ ਗਿਆ ਸੀ, ਗੱਲ ਨਹੀਂ ਸੀ ਮੰਨਦਾ। ਮੈਂ ਬੱਚਿਆਂ ਨੂੰ ਕਹਿੰਦਾ ਆਪਣੇ ਮਾਂ ਪਿਓ ਦੀ ਗੱਲ ਸੁਣਿਆ ਕਰੋ, ਉਹ ਠੀਕ ਕਹਿੰਦੇ। ਬੜੇ ਕੰਸਰਨ ਸੀ। ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ, ਜੇ ਉਹਨੇ ਖੇਤ ਚਲੇ ਜਾਣਾ ਇਕੱਲੇ ਨੇ ਤਾਂ ਬਾਪੂ ਨੇ ਲੈ ਕੇ 10 ਬੰਦੇ ਬੰਦੂਕਾਂ ਨਾਲ ਲੈ ਕੇ ਉਹਦੇ ਭੱਜ ਕੇ ਜਾਣਾ। ਜੇ ਉਹਨੇ ਬਾਜ਼ਾਰ ਚਲੇ ਜਾਣਾ ਤਾਂ ਉਹਦੇ ਪਿੱਛੇ ਜਾਣਾ। ਜੇ ਉਹਨੇ ਚੰਡੀਗੜ੍ਹ ਆ ਜਾਣਾ ਤਾਂ ਬੱਸ ਚੜ੍ਹ ਕੇ ਬਾਪੂ ਨੇ ਆ ਜਾਣਾ। ਉਹਨੇ ਕਈ ਵਾਰੀ ਕਹਿਣਾ ਤੁਸੀਂ ਕਿਉਂ ਬੱਸ 'ਚ ਆਉਂਦੇ ਹੋ, ਗੱਡੀ 'ਚ ਆ ਜਾ, ਕਹਿੰਦੇ ਮੈਂ ਠੀਕ ਆ। ਉਹ ਪਿਓ ਹਮੇਸ਼ਾ ਹੀ ਆਪਣੇ ਬੱਚੇ ਦੇ ਮਗਰ ਸਾਇਆ ਬਣ ਕੇ ਪਿੱਛੇ ਘੁੰਮਦਾ ਰਹਿੰਦਾ ਸੀ ਕਿ ਇਹਨੂੰ ਕੁਛ ਹੋ ਨਾ ਜਾਵੇ। ਉਹਨਾਂ ਨੂੰ ਪਤਾ ਸੀ। ਮੇਰੀ ਗੱਲ ਹੋ ਰਹੀ ਸੀ ਤਾਂ ਉਸ ਦਿਨ ਵੀ ਉਹਨੂੰ ਦੱਸ ਰਹੇ ਸੀ, ਕਹਿੰਦੇ ਆ ਗੱਡੀਆਂ ਖੜੀਆਂ ਸੀ। ਮੈਂ ਕਿਹਾ ਵੀ ਇਹ ਬੰਦੇ ਫੋਟੋਆਂ ਖਿਚਾਉਣ ਵਾਲੇ ਨਹੀਂ ਲੱਗਦੇ, ਇਹ ਮੈਨੂੰ ਕੋਈ ਬੰਦੇ ਗੈਰ ਜੇ ਲੱਗਦੇ ਵੀ ਆਪਾਂ ਦੇਖ ਲਈਏ ਤਾਂ। ਕਹਿੰਦੇ ਮੈਨੂੰ ਇੱਕੋ ਹੀ ਗੱਲ ਉਹਨੇ ਕਹੀ ਕਿ ਤੁਸੀਂ ਤਾਂ ਬਾਪੂ ਜੀ ਡਰਦੇ ਕਿਉਂ, ਫੌਜੀ ਬੰਦੇ ਤੁਸੀਂ ਐਂ ਡਰਦੇ ਹੋ, ਆਪਾਂ ਨੂੰ ਕਿਹਨੇ ਕੁਛ ਕਹਿਣਾ। ਇਸ ਤਰ੍ਹਾਂ ਨਹੀਂ ਹੁੰਦਾ। ਮੈਂ ਬੱਚਿਆਂ ਨੂੰ ਕਹਿੰਦਾ ਜਦ ਤੁਹਾਡਾ ਇੰਨਾ ਮਕਾਮ ਰੱਬ ਤੁਹਾਨੂੰ ਦਿੰਦਾ ਹੈ, ਤੁਸੀਂ ਆਪਣੀ ਜ਼ਿੰਮੇਵਾਰੀ, ਆਪਣੀ ਰਿਸਪੋਂਸੀਬਿਲਿਟੀ ਤੁਹਾਡੇ ਪਰਿਵਾਰ ਦੇ ਪ੍ਰਤੀ, ਤੁਹਾਡੇ ਦੇਸ਼ ਦੇ ਪ੍ਰਤੀ, ਤੁਹਾਡੀ ਕੌਮ ਦੇ ਪ੍ਰਤੀ ਹੋ ਜਾਂਦੀ ਹੈ, ਧੀਆਂ ਭੈਣਾਂ ਦੇ ਪ੍ਰਤੀ ਹੋ ਜਾਂਦੀ ਹੈ। ਤੁਸੀਂ ਆਪ ਇੰਡੀਵਿਜੂਅਲ ਨਹੀਂ ਰਹਿੰਦੇ, ਤੁਸੀਂ ਦੁਨੀਆ ਦੇ ਇੱਕ ਲਖਤੇ ਜਿਗਰ ਬਣ ਜਾਂਦੇ ਹੋ। ਅਤੇ ਤੁਹਾਨੂੰ ਆਪਣੇ ਆਪ ਨੂੰ ਸੰਭਾਲ ਕੇ ਚੱਲਣਾ ਚਾਹੀਦਾ। ਜਦ ਦੀਪ ਸਿੱਧੂ ਦੀ ਗੱਲ ਹੋਈ ਉਦੋਂ ਵੀ ਮੈਂ ਉਹਨੂੰ ਬੜਾ ਸਮਝਾਇਆ ਸੀ। ਮੈਂ ਕਿਹਾ ਬੇਟਾ ਇੱਕ ਤਾਂ ਨਾਪ ਤੋਲ ਕੇ ਬੋਲਿਆ ਕਰੋ, ਐਵੇਂ ਨਹੀਂ ਮੂੰਹ ਚੱਕ ਕੇ ਬੋਲੀ ਜਾਈਦਾ ਹੁੰਦਾ। ਇੱਕ ਸਮਾਂ ਸਮਰੱਥ ਵਹੀ ਅਰਜੁਨ ਕੇ ਤੀਰ ਵਹੀ ਅਰਜੁਨ ਕਾ ਰਥ। ਇੱਕ ਵਕਤ ਵਿਚਾਰੇ ਸੋ ਬੰਦਾ ਹੋਏ, ਇਹ ਗੁਰੂ ਪੀਰ ਸਾਡੇ ਕਹਿ ਗਏ ਹੈ। ਵਕਤ ਨੂੰ ਵਿਚਾਰਨਾ ਚਾਹੀਦਾ, ਵਕਤ ਕੈਸਾ ਚੱਲ ਰਿਹਾ ਹੈ, ਉਸ ਵਕਤ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਸੋ ਮੈਂ ਬੇਟਾ ਅਲਫਾਜ਼ ਮੇਰੇ ਕੋਲ ਹੈ ਨਹੀਂ, ਪਰ ਮੈਨੂੰ ਦੁੱਖ ਬੜਾ। ਉਹਨਾਂ ਦੇ ਮਦਰ ਨੇ ਉਦੋਂ ਕਿਹਾ ਸੀ ਰੁੱਖ ਲਾਉਣੇ, ਅੱਜ ਅਸੀਂ ਪੰਚਕੂਲੇ ਗਏ ਸੀ, ਅੱਜ 30 ਉੱਥੇ ਬੂਟੇ ਲਾਏ ਹੈ। ਅਤੇ ਮੈਂ ਬੇਨਤੀ ਕਰਕੇ ਆਇਆ, ਅਵੰਤਿਕਾ ਤਵਰ ਜੀ ਮੇਰੇ ਨਾਲ ਸੀ, ਮੇਰੀ ਬੇਟੀ ਹੈ, ਉਹਦੇ ਨਾਲ ਵੀ ਮੇਰਾ ਰਿਸ਼ਤਾ, ਬੇਸ਼ੱਕ ਮੈਂ ਉਹਨੂੰ ਜਨਮ ਨਹੀਂ ਦਿੱਤਾ ਪਰ ਮੇਰਾ ਉਹਦੇ ਨਾਲ ਪਰਿਵਾਰਿਕ ਸੰਬੰਧ ਹੈ ਕੋਈ ਪਿਛਲੇ ਜਨਮ ਦਾ। ਅਤੇ ਮੈਂ ਕਿਹਾ ਸੀ ਬੂਟੇ ਨੂੰ ਸੰਭਾਲਿਓ ਜ਼ਰੂਰ। ਇਹ ਬੂਟੇ ਆਪਾਂ ਨੂੰ ਪੰਜਾਬ ਦੇ ਸ਼ਹੀਦਾਂ ਦੀ, ਮੂਸੇ ਵਾਲਿਆਂ ਦੀ, ਹਰ ਉਸ ਧੀ ਭੈਣ ਦੀ ਇੱਜ਼ਤ ਦੀ ਰਾਖਿਆ ਦੀ ਇੱਕ ਬੜਾ ਵੱਡਾ ਦਰਖਤ ਬਣੇਗਾ ਤਾਂ ਛਾਂ ਦੇਵੇਗਾ। ਸੋ ਮੈਂ ਬਾਹਲਾ ਬੇਟਾ ਕੁਛ ਕਹਿ ਨਹੀਂ ਸਕਦਾ। ਬਟ ਸਰ ਤੁਸੀਂ ਗੱਲ ਕਰੀ ਕਿ ਸਮਾਂ ਇੱਕ ਬਹੁਤ ਬੜੀ ਚੀਜ਼ ਹੈ। ਉਹਦੇ ਫਾਦਰ ਮਦਰ ਉਸਨੂੰ ਅਕਸਰ ਸਮਝਾਉਂਦੇ ਹੁੰਦੇ ਸੀ ਔਰ ਉਸ ਦਿਨ ਵੀ ਅਕਸਰ ਕਹਿ ਰਹੇ ਸੀ। ਸਿਸਟਮ ਦੀ ਵੀ ਤੁਸੀਂ ਅੱਜ ਗੱਲ ਕੀਤੀ ਹੈ ਕਿ ਰਾਜਨੀਤਿਕ ਕਿਤੇ ਨਾ ਕਿਤੇ ਹੋਈ ਹੈ ਔਰ ਚੀਜ਼ਾਂ ਵਾਸਤੇ ਯੂਜ਼ ਦੀ ਵੀ ਗੱਲ ਹੋਈ। ਤਮਾਮ ਤੁਸੀਂ ਚੀਜ਼ਾਂ ਕਹੀਆਂ। ਕਾਰਨ ਸਭ ਤੋਂ ਵੱਡਾ ਕਿਆ ਮੰਨਦੇ ਹੋ? ਪੋਲੀਟੀਕਲੀ ਐਕਟਿਵ ਹੋ ਜਾਣਾ ਜਾਂ ਫਿਰ ਫੇਮ ਹੋ ਜਾਣਾ? ਕਿਆ ਮੇਨ ਤੁਹਾਡੇ ਐਜ਼ ਪਰ ਯੂਅਰ ਮਤਲਬ ਵਿਊਜ਼, ਜਿਵੇਂ ਤੁਸੀਂ ਨਾਲ ਰਹੇ ਹੋ, ਵਿਚਰੇ ਹੋ, ਉਸ ਦੇ ਨਾਲ ਸਮਾਂ ਕੱਢਿਆ ਹੈ, ਮਿਲਦੇ ਰਹੇ ਹੋ ਅਕਸਰ, ਤੁਸੀਂ ਕਿਹਾ ਤੁਹਾਨੂੰ ਅਕਸਰ ਯਾਦ ਵੀ ਕਰਦੇ ਰਹਿੰਦੇ ਸੀ। ਕਿਆ ਮੰਨਦੇ ਕਿਆ ਹੋ ਅਸਲ 'ਚ? ਕਿਉਂਕਿ ਦੇਖਿਏ ਰਾਜਨੀਤੀ ਤਾਂ ਕੀਤੀ ਜਾ ਰਹੀ ਹੈ, ਹਾਲਾਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਕਈ ਸਵਾਲ ਸਰਕਾਰ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ। ਤਮਾਮ ਜਿਹੜੀਆਂ ਚੀਜ਼ਾਂ ਸਾਹਮਣੇ ਨਿਕਲ ਕੇ ਆ ਰਹੀਆਂ ਹੈ। ਸਰਕਾਰ ਦਾ ਕੁਛ ਪੱਖ ਹੈ, ਵਿਰੋਧੀ ਧਿਰ, ਕਿਉਂਕਿ ਵਿਰੋਧੀ ਧਿਰ ਦਾ ਕੰਮ ਤਾਂ ਹੁੰਦਾ ਹੈ ਸਰਕਾਰ ਨੂੰ ਘੇਰਨਾ, ਤਮਾਮ ਚੀਜ਼ਾਂ। ਲੇਕਿਨ ਤੁਸੀਂ ਕਿਸ ਉਸ ਨਾਲ ਵੇਖਦੇ ਹੋ? ਸਾਡੀ ਇੱਕ ਬੜੀ ਸਮੱਸਿਆ ਹੈ ਇਸ ਦੇਸ਼ ਦੀ। ਹਰੇਕ ਬੰਦਾ ਸਰਕਾਰਾਂ ਨੂੰ ਕਹੇਗਾ ਸਾਡੇ ਲਈ ਕੀ ਕੀਤਾ, ਦੇਸ਼ ਨੇ ਸਾਡੇ ਲਈ ਕੀ ਕੀਤਾ। ਅਸੀਂ ਗਰੀਬ ਹਾਂ, ਸਰਕਾਰਾਂ ਕੁਛ ਨਹੀਂ ਕਰਦੀਆਂ, ਲੀਡਰ ਕੁਛ ਨਹੀਂ ਕਰਦੇ। ਮੈਂ ਬੜੀ ਵਾਰੀ ਇਹ ਸਵਾਲ ਕੀਤਾ ਹੈ, ਜਿਹੜੇ ਲੀਡਰ ਨੇ, ਸਰਕਾਰਾਂ ਨੇ, ਇਹ ਵੀ ਤਾਂ ਆਪਣੇ 'ਚੋਂ ਪੈਦਾ ਹੋਏ, ਪਾਰਟ ਆਫ ਅਸ। ਤੁਹਾਡਾ ਕੀ ਫਰਜ਼ ਹੈ ਦੇਸ਼ ਦੇ ਪ੍ਰਤੀ? ਮੈਂ ਆਪਣੀ ਗੱਲ ਕਰ, ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਸਿੱਧੇ ਰਾਹ 'ਤੇ ਪਾਵਾਂ। ਮੈਂ ਆਪਣਾ ਇੱਕ ਬੇਟਾ ਪੈਦਾ ਕੀਤਾ, ਉਹਨੂੰ ਬਣਾਇਆ, ਦੇਸ਼ ਵਾਸਤੇ ਕੁਰਬਾਨ ਹੋਣ 'ਤੇ ਚਲਾ ਗਿਆ, ਮੇਰਾ ਫਰਜ਼ ਸੀ। ਮੈਂ ਦੇਸ਼ ਨੂੰ ਕੀ ਦੇ ਰਿਹਾ ਇਹ ਜ਼ਰੂਰੀ ਹੈ। ਮੈਂ ਪਿਛਲੇ 50 ਸਾਲ ਤੋਂ DAV ਕਾਲਜ ਦੇ ਵਿੱਚ ਤਮਾਮ ਅਕੈਡਮੀਆਂ ਚਲਾ ਕੇ ਬੱਚੇ ਪੈਦਾ ਕਰ ਰਿਹਾ, ਉਹਨਾਂ ਨੂੰ
ਕ੍ਰਿਕਟਰਸ ਬਣਾ ਰਹੇ ਹਾਂ, ਚੰਗੇ ਇਨਸਾਨ ਬਣਾ ਰਹੇ ਹਾਂ, ਚੰਗੇ ਬਿਜ਼ਨਸਮੈਨ ਬਣਾ ਰਹੇ ਹਾਂ। 30-40 ਹਜ਼ਾਰ ਬੱਚਾ ਇਸ ਦੁਨੀਆ ਦੇ ਵਿੱਚ ਜੈ ਜੈਕਾਰ ਹਿੰਦੁਸਤਾਨ ਦੀ ਹੋ ਰਹੀ ਹੈ। ਮੈਂ ਆਪਣੀ ਰਖਵਾਲੀ ਖੁਦ ਕਰ ਰਿਹਾ, ਰਿਸਪੌਂਸਿਬਿਲਿਟੀ ਖੁਦ ਹੈ। ਮੈਂ ਨਸ਼ੇ ਕਿਉਂ ਕਰ ਰਿਹਾ, ਮੈਂ ਇੰਡੀਵਿਜੂਅਲ ਆਦਮੀ ਕੀ ਕਰ ਰਿਹਾ, ਮੈਨੂੰ ਕੀ ਕਰਨਾ ਚਾਹੀਦਾ, ਇਹ ਸਿੱਖਿਆ ਹੈ। ਇਹਦੇ ਵਿੱਚ ਪੋਲੀਟੀਕਲ ਸਿਸਟਮ ਦਾ ਅਤੇ ਪੋਲੀਟੀਸ਼ੀਅਨ ਦਾ ਕੋਈ ਹੱਥ ਨਹੀਂ ਹੈ। ਤੁਸੀਂ ਜੇ ਆਪਣੀ ਜ਼ਿੰਦਗੀ ਕਿਸ ਭਾਅ ਵੇਚਣਾ ਚਾਹੁੰਦੇ ਹੋ, ਬੇਸ਼ਕੀਮਤ ਬਣਾਉਣਾ ਚਾਹੁੰਦੇ ਹੋ ਜਿਹਦੀ ਕੋਈ ਕੀਮਤ ਨਾ ਹੋਵੇ, ਜਾਂ ਤੁਸੀਂ ਆਲੂਆਂ ਦੇ ਭਾਅ ਵੇਚਣੀ ਹੈ ਜਾਂ ਮਿੱਟੀ ਦੇ ਭਾਅ ਵੇਚਣੀ, ਤੁਹਾਡੀ ਆਪਣੀ ਚੋਇਸ ਹੈ। ਮੈਂ ਮੰਨਦਾ ਕਿ ਗਰੀਬੀ ਬੜੀ ਹੈ, ਲੇਕਿਨ ਕੁਛ ਲੋਕ ਗਰੀਬੀ 'ਚ ਰਹਿ ਕੇ ਬੜੇ ਖੁਸ਼ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਉਹ ਪਾਇਦਾਨ 'ਤੇ ਚੱਲਦੇ ਨੇ ਜਿਹੜੇ ਗੁਰੂਆਂ ਪੀਰਾਂ ਦੇ ਦੱਸੇ ਹੋਏ ਨੇ। ਹਰ ਚੀਜ਼ 'ਚ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ। ਸਿਸਟਮ ਬਣਾਇਆ ਕਿਹਨੇ ਹੈ? ਅਸੀਂ ਬਣਾਇਆ। ਮੈਂ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ, ਤੁਹਾਡਾ ਕੀ ਫਰਜ਼ ਬਣਦਾ ਹੈ ਕਿ ਆਪਾਂ ਉੱਠ ਕੇ, ਕੋਈ ਗੱਲ ਹੁੰਦੀ ਸਰਕਾਰ ਨੂੰ ਘੇਰ ਲੈਂਦੇ ਹਾਂ, ਕੋਈ ਗੱਲ ਹੁੰਦੀ ਹੈ ਲੀਡਰਾਂ ਨੂੰ ਘੇਰ ਲੈਂਦੇ ਹਾਂ, ਕੋਈ ਗੱਲ ਹੁੰਦੀ ਹੈ ਤੁਸੀਂ ਮੀਡੀਆ ਨੂੰ ਘੇਰ ਲੈਂਦੇ ਹੋ, ਕੋਈ ਗੱਲ ਹੁੰਦੀ ਹੈ ਤੁਸੀਂ ਇਹ ਗੱਲਾਂ ਕਰ ਰਹੇ ਹੋ। ਤੁਸੀਂ ਆਪਣੇ ਆਪ ਨੂੰ ਕਦੇ ਦੇਖਿਆ ਤੁਸੀਂ ਕਿੱਥੇ ਖੜੇ ਹੋ? ਤੁਹਾਨੂੰ ਯਾਦ ਹੋਊਗਾ ਜਿਵੇਂ ਕਿਸਾਨ ਅੰਦੋਲਨ 'ਚ ਗੱਲ ਕਹਿੰਦਾ ਸੀ, ਇਹ ਸਾਰੇ ਫਰਜ਼ ਸਰਕਾਰਾਂ ਦੇ ਅਤੇ ਮੀਡੀਆ ਦੇ ਨੇ, ਤੁਹਾਡਾ ਫਰਜ਼ ਕੋਈ ਨਹੀਂ। ਤੁਸੀਂ ਆਪ ਕੀ ਕਰ ਰਹੇ ਹੋ? ਤੁਸੀਂ ਆਪ ਆਪਣੇ ਗਰੇਬਾਂ 'ਚ ਝਾਤੀ ਮਾਰ ਕੇ ਦੇਖੋ, ਤੁਸੀਂ ਕਿੱਥੇ ਖੜੇ ਹੋ? ਤੁਸੀਂ ਆਪ ਉਹ ਤਮਾਮ ਕੰਮ ਕਰ ਰਹੇ ਹੋ ਜਿਨ੍ਹਾਂ ਕਰਕੇ ਤੁਸੀਂ ਲੋਕਾਂ ਨੂੰ ਰਿਸਪੌਂਸਿਬਲ ਠਹਿਰਾਉਂਦੇ ਹੋ। ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਜਦ ਤੱਕ ਹਰ ਇੰਡੀਵਿਜੂਅਲ ਆਦਮੀ ਆਪਣੇ ਦੇਸ਼ ਨਾਲ, ਆਪਣੀ ਕੌਮ ਨਾਲ, ਆਪਣੇ ਲੋਕਾਂ ਨਾਲ ਦਿਲੋਂ ਮੁਹੱਬਤ ਪਿਆਰ ਨਹੀਂ ਕਰੇਗਾ, ਜਦ ਤੱਕ ਉਹਨੂੰ ਸਾਰਿਆਂ 'ਚ ਰੱਬ ਨਹੀਂ ਦਿਸੇਗਾ, ਉਹ ਕੰਪਲੇਂਟ ਹੀ ਕਰਦਾ ਰਹੇਗਾ। ਭਗਵੰਤ ਮਾਨ ਕੱਲ੍ਹ ਆਇਆ, ਅਜੇ ਉਹਨੂੰ 2 ਮਹੀਨੇ ਨਹੀਂ ਹੋਏ ਕੁਰਸੀ 'ਤੇ ਬੈਠੇ, ਤੁਸੀਂ ਉਹਦੇ ਗਲ ਪੈ ਗਏ। ਫॉर ਵਾਟ? ਉਹਨੂੰ ਟਾਈਮ ਦਿਓ। ਤੁਸੀਂ ਲੈ ਕੇ ਆਂਦਾ, ਚੂਜ਼ ਕੀਤਾ, ਆਪਾਂ ਸਾਰੇ ਲੈ ਕੇ ਆਏ ਹਾਂ। ਮੀਡੀਆ, ਐਵਰੀਬਡੀ ਇਜ਼ ਰਿਸਪੌਂਸਿਬਲ। 1 ਸਾਲ, 2 ਸਾਲ, 3 ਸਾਲ ਟੈਨਿਓਰ ਦਿਓ, 5 ਸਾਲ ਦਾ, ਫਿਰ ਦੇਖਾਂਗੇ ਕੀ ਬਣਦਾ। ਆਫਟਰ ਆਲ ਕੁਛ ਤਾਂ ਆਪਾਂ ਨੂੰ ਕਰਨਾ ਪੈਣਾ। ਪਰ ਮੈਂ ਸਮਝਦਾ ਕਿ ਅਸੀਂ ਲੋਕ ਨਾ ਬਲੇਮ ਗੇਮ ਬਹੁਤ ਖੇਡਦੇ ਹਾਂ, ਬਲੇਮਿੰਗ ਅਦਰਸ। ਮੈਂ ਇਸ ਗੱਲ 'ਚ ਬਿਲੀਵ ਨਹੀਂ ਕਰਦਾ। ਮੈਂ ਕੀ ਕੀਤਾ, ਮੈਂ ਸੁਸਾਇਟੀ ਵਾਸਤੇ ਕੀ ਕੀਤਾ, ਮੈਂ ਦੇਸ਼ ਵਾਸਤੇ ਕੀ ਕੀਤਾ, ਉਹ ਇੰਪੋਰਟੈਂਟ ਹੈ। ਤੇ ਅੱਜ ਆਖਰੀ ਸਵਾਲ ਹੈ ਸਰ, ਕਿਉਂਕਿ ਸਿੱਧੂ ਮੂਸੇਵਾਲੇ ਦੀ ਯਾਦ, ਕਿਉਂਕਿ ਅਹਿਮ ਦਿਨ ਹੈ, ਜਨਮ ਦਿਨ ਅੱਜ ਹੈ। ਹਾਲਾਂਕਿ ਇਸ ਦੁਨੀਆ ਵਿੱਚ ਨਹੀਂ ਰਹੇ ਨੇ, ਮਾਂ ਬਾਪ ਦੇ ਲਈ ਜ਼ਾਹਿਰ ਹੈ, ਔਰ ਤੁਸੀਂ ਇਸ ਚੀਜ਼ ਦਾ ਦੁੱਖ ਸਮਝ ਸਕਦੇ ਹੋ। ਜੋ ਤੁਹਾਡਾ ਬੇਟਾ ਟਰੀਟਮੈਂਟ ਦੇ ਲਈ ਗਿਆ ਸੀਗਾ, ਇੱਕ ਡਰ ਇੱਕ ਬਾਪ ਦਾ ਜਿਹੜਾ ਹੁੰਦਾ ਸੀ, ਉਹ ਸਮਾਂ ਵੀ ਤੁਸੀਂ ਦੇਖਿਆ ਹੈ। ਹਾਲਾਂਕਿ ਨਾਓ ਹੀ ਇਜ਼ ਫਾਈਨ ਐਂਡ ਹੀ ਇਜ਼ ਫਿਟ, ਬਟ ਸਿੱਧੂ ਮੂਸੇਵਾਲੇ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਸ਼ਾਇਦ ਤੁਸੀਂ ਇਸ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਸਕਦੇ ਹੋ। ਸੀ, ਜੇ ਤੁਸੀਂ ਯੂਵੀ ਦੀ ਗੱਲ ਕਰਦੇ ਹੋ ਤਾਂ ਜਦੋਂ ਬਿਮਾਰ ਹੋਇਆ ਉਹ ਦੇਸ਼ ਵਾਸਤੇ ਖੇਲ ਰਿਹਾ ਸੀ, ਬਿਲਕੁਲ। ਔਰ ਜੋ ਦੇਸ਼ ਵਾਸਤੇ ਖੇਲਦਾ ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ ਕੁਰਬਾਨ ਵੀ ਹੋ ਜਾਂਦਾ, ਤਾਂ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਸ ਬੱਚੇ ਨੇ ਮੈਨੂੰ ਅਲਫਾਜ਼ ਕਹੇ ਕਿ ਪਾਪਾ, ਮੇਰਾ ਦੇਸ਼ ਦਾ ਗੌਰਵ, ਮੇਰੇ ਲੋਕਾਂ ਦਾ ਗੌਰਵ ਮੇਰੀ ਜ਼ਿੰਦਗੀ ਨਾਲੋਂ ਜ਼ਿਆਦਾ ਪਿਆਰਾ ਹੈ। ਇੱਕ ਹੋਰ ਗੱਲ ਹੈ, ਮਾਰਸੀ ਇੱਕ ਬਾਪ ਹੋਣ ਦੇ ਨਾਤੇ ਸ਼ਾਇਦ ਮੈਂ ਕਿਸੇ ਨੂੰ ਸ਼ੋਅ ਨਹੀਂ ਕੀਤਾ, ਪਰ ਹਾਂ ਮੈਂ ਖੁਦਾ ਨੂੰ ਇਹ ਜ਼ਰੂਰ ਕਹਿੰਦਾ ਸੀ ਕਿ ਹੋਣਹਾਰ ਬੱਚਾ ਹੈ, ਇਹ ਦੇਸ਼ ਦੇ ਕੰਮ ਆਉਣਾ ਚਾਹੀਦਾ ਹੈ। ਮੂਸੇਵਾਲਾ ਵੀ ਉੱਦਾਂ ਦਾ ਹੀ ਪਿਆਰਾ ਹੈ ਮੈਨੂੰ, ਬੜੀ ਜੈ ਜੈਕਾਰ ਦੁਨੀਆ 'ਚ। ਔਰ ਜਿਹੜੇ ਜਿਸ ਤਰ੍ਹਾਂ ਦੇ ਗਾਣੇ ਪ੍ਰਮੋਟ ਹੋ ਰਹੇ ਆ, ਮੈਂ ਵੀ ਇਹ ਦਿਲੋਂ ਗੱਲ ਕਹਿਣਾ ਕਿ ਕੀ ਤੁਸੀਂ ਰੋਮਾਂਟਿਕ ਗਾਣੇ ਨਹੀਂ ਲਿਖ ਸਕਦੇ? ਕੁਝ ਚੰਗੇ ਜਿਹੜੇ ਲੋਕ ਨੇ ਉਹਨਾਂ ਬਾਰੇ ਗਾਥਾਵਾਂ ਲਿਖ ਸਕਦੇ ਹੋ। ਹਰੀ ਸਿੰਘ ਨਲੂਆ ਗਾ ਸਕਦੇ ਹੋ, ਅਕਾਲੀ ਫੂਲਾ ਸਿੰਘ ਗਾ ਸਕਦੇ ਹੋ, ਹੋਰ ਗਾ ਸਕਦੇ ਹੋ, ਸ਼ਹੀਦ ਭਗਤ ਸਿੰਘ ਗਾ ਸਕਦੇ ਹੋ। ਸਾਨੂੰ ਜ਼ਿੰਦਗੀ 'ਚ ਹਰ ਚੀਜ਼ ਦੇ ਹਥਿਆਰ ਕਿਉਂ ਦਿਖਦੇ ਆ? ਹਾਂ, ਮੈਂ ਮੰਨਦਾ ਕਿ ਤੁਹਾਡੇ ਕੋਲ ਵੈਪਨ ਜਿਹੜਾ ਹੈ ਉਹ ਆਪਣੀ ਸੈਲਫ ਡਿਫੈਂਸ ਵਾਸਤੇ ਗੁਰੂ ਸਾਹਿਬ ਦੇ ਗਏ। ਜੇ ਤੁਸੀਂ ਹੋ ਜਾਂ ਤੁਹਾਡੇ ਕੋਲ ਵੈਪਨ ਨਹੀਂ ਹੈ, ਸਰਕਾਰ ਨੂੰ ਵੈਪਨ ਦੇਣਾ ਚਾਹੀਦਾ ਹਰੇਕ ਨੂੰ, ਪਰ ਉਹ ਸੈਲਫ ਡਿਫੈਂਸ ਵਾਸਤੇ, ਗਰੀਬ ਦੁਰਬੇ ਦੀ ਸੇਵਾ ਕਰਨ ਵਾਸਤੇ। ਇੱਕ ਧੀ ਤੁਰੀ ਜਾਂਦੀ ਹੈ, ਉਹਨੂੰ ਕਿਸੇ 10 ਬੰਦੇ ਨੇ ਫੜ ਲਿਆ, ਤੁਸੀਂ ਉਹਦੇ ਵਾਸਤੇ ਮਰ ਜਾਓ, ਕੁਰਬਾਨ ਹੋ ਜਾਓ, ਉਹਦੀ ਇੱਜ਼ਤ ਬਚਾਉਂਦੇ। ਆਈ ਕੈਨ ਅੰਡਰਸਟੈਂਡ। ਪਰ ਮੇਰੇ ਹਿਸਾਬ ਨਾਲ ਜਿਹੜੇ ਯੰਗ ਜਨਰੇਸ਼ਨ ਹੁਣ ਜਿਹੜੀ ਚੱਲ ਰਹੀ ਹੈ, ਸਪੈਸ਼ਲੀ ਸਾਡੀ ਫਿਲਮ ਇੰਡਸਟਰੀ ਹੈ ਜਿਹੜੀ, ਇਹ ਬਹੁਤ ਸਾਰੇ ਲੋਕ, ਮੈਂ ਬੱਚਿਆਂ ਨੂੰ ਕਿਹਾ ਹੌਲੀ ਚੱਲਿਆ ਕਰੋ। ਕਿਸੇ ਦੀ ਵੱਡੀ ਕੋਠੀ ਦੇਖ ਕੇ ਉਹਦੀ ਨਿਗਾਹ ਨਹੀਂ ਮਾਰਨੀ, ਆਪਣੀ ਝੁੱਗੀ ਬਹੁਤ ਸੋਹਣੀ ਹੈ, ਆਪਣਾ ਸਾਈਕਲ ਬਾਪੂ ਦਾ ਬੜਾ ਪਿਆਰਾ ਹੈ, ਦੂਜੇ ਦੀ ਮਰਸਡੀ ਹੈ, ਉਹ ਨਹੀਂ ਦੇਖਣੀ। ਹੌਲੀ ਹੌਲੀ ਮਿਹਨਤ ਕਰੋ, ਆ ਜਾਏਗੀ। ਸੋ ਆਈ ਥਿੰਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਾਸਟ ਟਰੈਕ 'ਤੇ ਚੱਲ ਰਹੀਆਂ ਨੇ, ਬਹੁਤ ਤੇਜ਼ ਚੱਲ ਰਹੀ ਹੈ ਜ਼ਿੰਦਗੀ। ਔਰ ਜ਼ਿੰਦਗੀ ਜਿਹੜੀ ਤੇਜ਼ ਚੱਲੇਗੀ ਨਾ, ਉਹ ਛੇਤੀ ਐਕਸੀਡੈਂਟ ਹੋਏਗਾ। ਸੋ ਮੈਂ ਤਾਂ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਬੇਟਾ ਕਿ
ਹੱਥ ਜੋੜ ਕੇ ਬੇਨਤੀ ਹੈ, ਸਾਰੇ ਜਵਾਨਾਂ ਨੂੰ, ਕੌਮ ਨੂੰ, ਦੇਸ਼ ਨੂੰ ਇਕੱਠਾ ਰੱਖੋ। ਆਪ ਦੇਸ਼ ਵਾਸਤੇ ਕੰਮ ਕਰੋ, ਆਪਣੀ ਰੱਖਿਆ ਖੁਦ ਕਰੋ। ਕਿਉਂ ਤੁਸੀਂ ਹਰ ਚੀਜ਼ਾਂ ਸਰਕਾਰਾਂ ਤੇ ਛੁੱਟਦੇ ਰਹਿੰਦੇ ਹੋ? ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ। ਕੋਈ ਜੋ ਬੀਜੇਗਾ ਉਹ ਕੱਟੇਗਾ, ਠੀਕ ਹੈ। ਜੋ ਕੁਝ ਹੋਇਆ ਤੁਹਾਡੇ ਪਿੱਛੇ ਤੁਸੀਂ ਦੇਖ ਲਿਆ, ਜਿਨ੍ਹਾਂ ਲੀਡਰਾਂ ਨੇ ਜੋ ਕੀਤਾ ਸੀ ਉਹਨਾਂ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ, ਤੁਸੀਂ ਮੈਨੂੰ ਬੈਟਰ ਜਾਣਦੇ ਹੋ, ਕਿਉਂਕਿ ਉਹਨਾਂ ਨੇ ਬੀਜਿਆ ਸੀ, ਉਹ ਕੱਟ ਰਹੇ ਨੇ। ਸੋ ਜੋ ਤੁਸੀਂ ਬੀਜੋਗੇ ਉਹ ਕੱਟੋਗੇ। ਚੰਗਾ ਬੀਜੋ ਤਾਂ ਕਿ ਖੁਦਾ ਵੀ ਖੁਸ਼ ਰਵੇ, ਕੌਮ ਵੀ ਖੁਸ਼ ਰਵੇ, ਔਰ ਆਪਾਂ ਸਾਰੇ ਖੁਸ਼ਹਾਲ ਜ਼ਿੰਦਗੀ ਬਿਤਾਈਏ। ਬਸ ਮੇਰਾ ਤਾਂ ਇਹੀ ਮੈਸੇਜ ਹੈ। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਤੇ ਸਾਡੇ ਨਾਲ ਗੱਲ ਕਰਨ ਦੇ ਯੋਗਰਾਜ ਸਿੰਘ ਜੀ, ਜਿਨ੍ਹਾਂ ਨੇ ਬੋਲਿਆ ਹੈ ਕਿ ਮੇਰਾ ਸਿਰਫ ਇੱਕ ਹੀ ਮੈਸੇਜ ਹੈ ਕਿ ਲੋਕੀ ਖੁਸ਼ ਰਹਿਣ, ਲੇਕਿਨ ਅੱਜ ਦਾ ਦਿਨ ਜ਼ਰੂਰ ਦੁਖਦਾਈ ਹੈ, ਕਿਉਂਕਿ ਇਸ ਦੁਨੀਆ ਵਿੱਚ ਸਿੱਧੂ ਮੂਸੇਵਾਲਾ ਤਾਂ ਨਹੀਂ, ਲੇਕਿਨ ਉਹਦੀ ਯਾਦ ਰਹਿੰਦੀ ਦੁਨੀਆ ਤੱਕ ਰਹੇਗੀ, ਦਿਲਾਂ ਦੇ ਵਿੱਚ ਵਸੀ। ਕੈਮਰਾਮੈਨ ਬਿੰਦੇਸ਼ ਦੇ ਨਾਲ ਅਮਨਪ੍ਰੀਤ ਕਰੋ, ਜਨਰਲ ਸਪੋਕਸਮੈਨ, ਚੰਡੀਗੜ੍ਹ।